ਤੁਸੀਂ ਯਕੀਨ ਨਹੀਂ ਮੰਨੋਗੇ ਕਿ ਕਿਉਂਕਿ ਮੈਂ ਯੂਪੀਐਸਸੀ ਦੀ ਤਿਆਰੀ ਕੀਤੀ ਹੋਈ ਸੀ ਤੇ ਪੀਸੀਐਸ ਦੀ ਤਿਆਰੀ ਕਰਨ ਵਾਸਤੇ ਮੈਨੂੰ ਉੱਥੇ ਕੋਈ ਕਿਸੇ ਦੇ ਨਾਲ ਨਾ ਦੋਸਤੀ ਹੋਈ, ਨਾ ਹੀ ਕਦੀ ਘੁੰਮ ਫਿਰ ਕੇ ਦੇਖਿਆ, ਨਾ ਹੀ ਬਸ ਇੱਕ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਸਿਰਫ 2021 ਦੇ ਵਿੱਚ ਇਹਦਾ ਐਗਜ਼ਾਮ ਹੋਇਆ ਤੇ ਮੈਂ ਤਿੰਨੇ ਸਟੇजेस ਐਂਡ ਡੀਐਸਪੀ ਦਾ ਫਿਜ਼ੀਕਲ ਵੀ ਕਲੀਅਰ ਕਰ ਲਿਆ। ਜਿਸ ਦਿਨ ਰਿਜ਼ਲਟ ਆਇਆ ਉਸ ਦਿਨ ਤਕਦੀਰ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਮੇਰੀ ਕੈਟਾਗਰੀ ਦੇ ਵਿੱਚ। ਪਰ ਅਸਲੀ ਜਰਨੀ ਜੋ ਹੈ ਉਹ ਇਸ ਐਗਜ਼ਾਮ ਨੂੰ ਕਲੀਅਰ ਕਰਨ ਤੋਂ ਬਾਅਦ ਵਿੱਚ ਸ਼ੁਰੂ ਹੋਈ ਹੈ। ਇੱਕ ਅਫਸਰ ਬਣਨ ਦਾ ਸੁਪਨਾ ਮੈਂ ਬਹੁਤ ਹੀ ਛੋਟੀ ਉਮਰ ਵਿੱਚ ਵੇਖ ਲਿਆ ਸੀ। ਉਦੋਂ ਸ਼ਾਇਦ ਇਹ ਵੀ ਨਹੀਂ ਪਤਾ ਸੀ ਕਿ ਇਸ ਮੰਜ਼ਿਲ ਤੱਕ ਪਹੁੰਚਣਾ ਕਿਵੇਂ ਹੈ, ਪਰ ਕਿਉਂਕਿ ਇਹ ਸੁਪਨਾ, ਇਹ ख्वाब ਲੈ ਚੁੱਕੇ ਸੀ ਤਾਂ ਹੁਣ ਇਹ ਜ਼ਿੰਮੇਵਾਰੀ, ਇਹ ਚਿੰਗ ਬਲਦੀ ਸੀ ਕਿ ਇਹਨੂੰ ਪੂਰਾ ਕਿਵੇਂ ਕਰਨਾ ਹੈ। ਮੈਨੂੰ ਇਹ ਪਤਾ ਲੱਗਾ ਕਿ ਇਸ ਐਗਜ਼ਾਮ ਦੇ ਵਿੱਚ ਇਹਦਾ ਸਿਲੇਬਸ ਕੀ ਹੈ, ਇਹਦੀਆਂ ਮੰਜ਼ਿਲਾਂ ਕਿਵੇਂ ਨੇ, ਕਿਹੜੀਆਂ ਸਟੇजेस ਨੇ, ਕਿਵੇਂ ਸਟੇजेस ਕਲੀਅਰ ਕਰਕੇ, ਸਟੈਪਸ ਫੋਲੋ ਕਰਕੇ ਅਸੀਂ ਇੱਕ ਆਫਿਸਰ ਬਣ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਹਾਂ ਗੁਰਸਿਮਰਨਜੀਤ ਕੌਰ, PCS ਆਫਿਸਰ ਆਫ 2022 ਬੈਚ। ਮੈਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਖੁਰਦ ਤੋਂ ਬਿਲੋਂਗ ਕਰਦੀ ਹਾਂ। ਮੇਰੀ ਮੁੱਢਲੀ ਐਜੂਕੇਸ਼ਨ ਨਰਸਰੀ ਕਲਾਸ ਤੋਂ ਲੈ ਕੇ 12th ਕਲਾਸ ਤੱਕ ਦੀ ਬਾਬਾ ਮੰਚ ਕਨਵੈਂਟ ਸੀਨੀਅਰ ਸੈਕੰਡਰੀ ਸਕੂਲ ਕੰਗਮਾਈ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹੀ ਹੋਈ। ਸੋ ਮੈਂ ਆਪਣੀ ਇਸ ਮੰਜ਼ਿਲ ਦੀ ਸ਼ੁਰੂਆਤ 12ਵੀਂ ਕਲਾਸ ਵਿੱਚ ਹੀ ਕਰ ਦਿੱਤੀ ਸੀ। 11ਵੀਂ 12ਵੀਂ ਕਲਾਸ ਦੇ ਵਿੱਚ ਮੇਰੇ ਕੋਲ ਨਾਨ ਮੈਡੀਕਲ ਸੀ, ਤਾਂ ਫਿਰ ਉਸ ਤੋਂ ਬਾਅਦ ਵਿੱਚ ਹਿਊਮੈਨਿਟੀਜ਼ ਦੇ ਲਈ ਸ਼ਿਫਟ ਕਰਨਾ ਇੱਕ ਬਹੁਤ ਹੀ ਵੱਡਾ ਐਂਡ ਖਾਸ ਡਿਸੀਜਨ ਸੀ ਮੇਰੇ ਲਈ ਤੇ ਮੇਰੇ ਪਰਿਵਾਰ ਲਈ। ਕਿਉਂਕਿ ਮੈਂ ਪੜ੍ਹਾਈ ਦੇ ਵਿੱਚ ਇੱਕ ਬਹੁਤ ਵਧੀਆ ਵਿਦਿਆਰਥਣ ਸਾਂ, ਤਾਂ ਇਸ ਕਰਕੇ ਮੇਰੇ ਘਰਦਿਆਂ ਨੇ ਇਸ ਗੱਲ ਤੇ ਇਤਰਾਜ਼ ਜਤਾਇਆ ਕਿ ਤੂੰ ਨਾਨ ਮੈਡੀਕਲ ਤੋਂ ਆਰਟਸ ਦੇ ਵਿੱਚ ਸ਼ਿਫਟ ਹੋਣਾ ਹੈ। ਬਟ ਫਿਰ ਵੀ ਮੈਂ ਆਪਣੇ ਘਰਦਿਆਂ ਨੂੰ ਇਸ ਗੱਲ ਲਈ ਕਨਵਿੰਸ ਕਰ ਲਿਆ ਕਿ ਕਿਉਂਕਿ ਮੈਂ ਅਫਸਰ ਬਣਨਾ ਹੈ ਤੇ ਕਿਉਂਕਿ ਇਸ ਐਗਜ਼ਾਮ ਦੇ ਵਿੱਚ ਜਿਹੜੇ ਹੈਗੇ ਨੇ ਆਰਟਸ ਐਂਡ ਹਿਊਮੈਨਿਟੀਜ਼ ਦੇ ਸਬਜੈਕਟ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ, ਤੇ ਤੁਸੀਂ ਮੈਨੂੰ ਮੌਕਾ ਦਿਓ ਕਿ ਮੈਂ ਆਪਣੇ ਮੰਜ਼ਿਲ ਤੱਕ ਪਹੁੰਚਣ ਦਾ ਰਸਤਾ ਸੁਖਾਲਾ ਬਣਾ ਸਕਾਂ। ਸੋ ਮੈਨੂੰ ਮੇਰੇ ਫਾਦਰ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਅੱਜ ਦੇ ਦਿਨ ਤੱਕ ਬਹੁਤ ਸਪੋਰਟ ਕੀਤੀ। ਉਸ ਤੋਂ ਬਾਅਦ ਵਿੱਚ ਫਿਰ ਮੈਂ ਚੰਡੀਗੜ੍ਹ ਆ ਗਈ। ਚੰਡੀਗੜ੍ਹ ਵਿੱਚ ਆ ਕੇ ਫਿਰ ਮੈਂ ਗ੍ਰੈਜੂਏਸ਼ਨ MCM DAV ਕਾਲਜ ਚੰਡੀਗੜ੍ਹ ਤੋਂ ਕੀਤੀ। ਜਦੋਂ ਮੈਂ ਗ੍ਰੈਜੂਏਸ਼ਨ ਕਰਨ ਆਈ ਤਾਂ ਉਦੋਂ ਐਦਾਂ ਲੱਗਦਾ ਸੀ ਕਿ ਸ਼ਾਇਦ ਮੈਂ ਬਹੁਤ ਹੀ ਜ਼ਿਆਦਾ ਇੱਕ ਅਲੱਗ ਜਗ੍ਹਾ 'ਤੇ ਆ ਗਈ ਹਾਂ, ਕਿਉਂਕਿ ਅਸੀਂ ਪਿੰਡਾਂ ਤੋਂ ਉੱਠ ਕੇ ਇੱਕ ਸ਼ਹਿਰ ਦੇ ਮਾਹੌਲ ਦੇ ਵਿੱਚ ਐਡਜਸਟ ਹੋਣ ਵਾਸਤੇ ਸਾਨੂੰ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਸਮਾਂ ਜ਼ਰੂਰ ਲੱਗਦਾ ਹੈ। ਮੈਨੂੰ ਅੱਜ ਵੀ ਯਾਦ ਹੈ ਉਹ ਦਿਨ ਜਦੋਂ ਮੈਂ ਆਪਣੀ ਕਲਾਸ ਦੇ ਵਿੱਚ ਬੈਠੀ ਸਾਂ ਤੇ ਮੈਡਮ ਨੇ ਕੁਐਸਚਨ ਪੁੱਛਿਆ ਤੇ ਮੈਂ ਇਸ ਗੱਲ ਦੇ ਵਿੱਚ ਉਹਨਾਂ ਦਾ ਜਵਾਬ ਨਹੀਂ ਦੇ ਪਾਈ, ਕਿਉਂਕਿ ਮੈਨੂੰ ਇੱਕ ਪੰਜਾਬੀ ਦੇ ਵਿੱਚ ਜਵਾਬ ਦੇਣ ਦੀ ਆਦਤ ਸੀ। ਸੋ ਮੈਂ ਪਹਿਲਾਂ ਜਿਹੜਾ ਜਵਾਬ ਦੇਣਾ ਹੁੰਦਾ ਸੀ ਉਹਦੀ ਪਹਿਲਾਂ ਇੰਗਲਿਸ਼ ਦੀ ਲਾਈਨ ਆਪਣੇ ਮਾਈਂਡ 'ਚ ਫਰੇਮ ਕਰਦੀ ਸੀ, ਉਸ ਤੋਂ ਬਾਅਦ ਵਿੱਚ ਫਿਰ ਮੈਂ ਉਹ ਲਾਈਨ ਬੋਲਦੀ ਸੀ। 2019 ਵਿੱਚ ਮੈਂ ਆਪਣੀ UPSC ਦੀ ਤਿਆਰੀ ਸ਼ੁਰੂ ਕਰ ਦਿੱਤੀ। ਦਿੱਲੀ ਜਾਣ ਵਾਸਤੇ ਮੈਨੂੰ ਮੇਰੇ ਫਾਦਰ ਸਾਹਿਬ ਨੇ ਹੀ ਪ੍ਰੇਰਿਤ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਇਹ ਗੱਲ ਵੀ ਕਹੀ ਸੀ ਕਿ ਤੂੰ ਦੇਖੀ, ਤੂੰ 2-3 ਮਹੀਨਿਆਂ ਬਾਅਦ ਵਾਪਸ ਆ ਜਾਣਾ ਹੈ। ਪਰ ਮੈਂ ਇਰਾਦੇ ਦੀ ਬਹੁਤ ਪੱਕੀ ਸੀ। ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਮੈਂ ਆਪਣੀ ਤਿਆਰੀ ਕਰਕੇ ਹੀ ਵਾਪਸ ਆਵਾਂਗੀ। ਦਿੱਲੀ ਜੋ ਮੈਂ 9 ਮਹੀਨੇ ਬਿਤਾਏ ਉਹ ਬਹੁਤ ਹੀ ਸ਼ਾਇਦ ਮੇਰੀ ਜ਼ਿੰਦਗੀ ਦਾ ਸਟ੍ਰੈਸਫੁਲ ਤੇ ਟੈਨਸ਼ਨ ਭਰਿਆ ਸਮਾਂ ਸੀ। ਇਸ ਕਰਕੇ ਨਹੀਂ ਕਿ ਐਗਜ਼ਾਮ ਕਲੀਅਰ ਕਰਨ ਦੀ ਜਲਦੀ ਸੀ, ਪਰ ਇਸ ਕਰਕੇ ਸੀ ਕਿਉਂਕਿ ਉੱਥੋਂ ਦਾ ਵਾਤਾਵਰਨ, ਉੱਥੋਂ ਦਾ ਮਾਹੌਲ, ਉੱਥੋਂ ਦੇ ਰਿਸ਼ਤੇ ਉਹ ਬਹੁਤ ਅਲੱਗ ਸਨ। ਪਿੰਡਾਂ ਦੇ ਜੰਪਲ ਹੋਣ ਕਾਰਨ ਇਹ ਸਾਡਾ ਸੁਭਾਅ ਬਣ ਜਾਂਦਾ ਹੈ ਕਿ ਅਸੀਂ ਖੁੱਲ੍ਹੇ ਡੁੱਲੇ ਵਾਤਾਵਰਨ ਵਿੱਚ ਰਹਿਣ ਦੇ ਆਦੀ ਹੋ ਜਾਂਦੇ ਹਾਂ। ਦਿੱਲੀ ਦੇ ਇੱਕ ਬੰਦ ਕਮਰੇ ਵਿੱਚ ਰਹਿ ਕੇ ਮੈਂ ਆਪਣੀ 9 ਮਹੀਨੇ ਤਿਆਰੀ ਕੀਤੀ। ਉੱਥੇ ਕੋਈ ਕਿਸੇ ਦੇ ਨਾਲ ਨਾ ਦੋਸਤੀ ਹੋਈ, ਨਾ ਹੀ ਕਦੀ ਘੁੰਮ ਫਿਰ ਕੇ ਦੇਖਿਆ, ਨਾ ਹੀ ਬਸ ਇੱਕ ਆਪਣੇ ਆਪ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਲਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਸਿਰਫ ਪੜ੍ਹਦੀ ਰਹਿੰਦੀ ਸੀ। ਮੈਂ ਉੱਥੇ ਜਾ ਕੇ ਆਪਣੇ ਆਪ ਦੀ ਵੀ ਇੱਕ ਬਹੁਤ ਹੀ ਅਹਿਮ ਖੋਜ ਕੀਤੀ। ਮੈਂ ਆਪਣੇ ਆਪ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਕਿਉਂਕਿ ਮੈਂ ਲਿਟਰੇਚਰ ਪੜ੍ਹਨ ਦੀ ਬਹੁਤ ਸ਼ੌਕੀਨ ਸਾਂ ਤਾਂ ਮੇਰਾ ਆਪਸ਼ਨਲ ਵੀ ਪੰਜਾਬੀ ਲਿਟਰੇਚਰ ਹੀ ਮੈਂ ਚੂਜ਼ ਕੀਤਾ। ਉਸ ਤੋਂ ਬਾਅਦ ਵਿੱਚ ਪੜ੍ਹਾਈ ਵਿੱਚ ਬਹੁਤ ਮਨ ਲੱਗਾ ਰਿਹਾ। ਫਿਰ ਮੈਂ ਦਿੱਲੀ ਤੋਂ ਵਾਪਸ ਚੰਡੀਗੜ੍ਹ ਆ ਕੇ ਆਪਣੀ ਮਾਸਟਰਸ ਸ਼ੁਰੂ ਕਰ ਦਿੱਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ। ਫਿਰ ਕਰੋਨਾ ਦਾ ਸਮਾਂ ਕਾਲ ਆ ਗਿਆ। ਅਸੀਂ ਸਭ ਆਪਣੇ ਘਰਾਂ ਨੂੰ ਚਲੇ ਗਏ। ਆਫਲਾਈਨ ਕਲਾਸਿਸ ਲੱਗਣ ਲੱਗ ਪਈਆਂ ਤੇ ਨਾਲ ਹੀ ਮੈਂ ਆਪਣੇ ਪੇਪਰ ਦੀ ਤਿਆਰੀ ਵੀ ਜਾਰੀ ਰੱਖੀ। 2020 ਦੇ ਵਿੱਚ ਮੈਂ ਆਪਣਾ ਪਹਿਲਾ ਅਟੈਂਪਟ UPSC ਦਾ ਦਿੱਤਾ ਸੀ, ਜਿਹਦੇ ਵਿੱਚ ਮੈਂ ਪ੍ਰੀਲਿਮਸ ਵੀ ਕਲੀਅਰ ਨਹੀਂ ਸੀ ਕਰ ਪਾਈ। ਬਹੁਤ ਨਿਰਾਸ਼ਾ ਹੋਈ ਸੀ। ਉਹਦੇ ਸਨ 2 ਕਾਰਨ। ਸਭ ਤੋਂ ਪਹਿਲਾ ਕਾਰਨ ਤਾਂ ਇਹ ਸੀ ਕਿ ਮੈਂ ਉਸ ਐਗਜ਼ਾਮ ਦੀ ਬਹੁਤ ਹੀ ਜ਼ਿਆਦਾ ਤਿਆਰੀ ਕੀਤੀ ਸੀ ਤੇ ਮੈਂ ਇਸ ਗੱਲ ਦੀ ਕੌਨਫੀਡੈਂਟ ਸੀ ਕਿ ਹਾਂਜੀ ਪ੍ਰੀਲਿਮਸ ਕਲੀਅਰ ਹੋ ਜਾਏਗਾ। ਪਰ ਜਿਸ ਦਿਨ ਰਿਜ਼ਲਟ ਆਇਆ ਉਸ ਦਿਨ ਪਤਾ ਲੱਗਾ ਕਿ ਮੇਰਾ ਉਸ ਰਿਜ਼ਲਟ ਸ਼ੀਟ ਦੇ ਵਿੱਚ ਨਾਮ ਨਹੀਂ ਹੈ। ਜਦੋਂ ਮੇਰੇ ਫਾਦਰ ਸਾਹਿਬ ਸ਼ਾਮ ਨੂੰ ਵਾਪਸ ਘਰ ਆਏ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਪਾਪਾ ਪੇਪਰ ਨਹੀਂ ਕਲੀਅਰ ਹੋਇਆ, ਉਹਨਾਂ ਨੇ ਬਹੁਤ ਹੀ ਪ੍ਰੇਰਨਾਦਾਇਕ ਮੈਨੂੰ ਸ਼ਬਦ ਬੋਲੇ ਜੋ ਮੇਰੇ ਅੱਜ ਵੀ ਕੰਨਾਂ 'ਚ ਗੂੰਜਦੇ ਨੇ ਕਿ ਕੋਈ ਗੱਲ ਨਹੀਂ ਬੇਟਾ, ਫਿਰ ਕੀ ਹੋਇਆ, ਅਗਲੀ ਵਾਰ ਦੇ ਦੇਈਂ।
ਤੇ ਮੈਨੂੰ ਇੰਨਾ ਸਕੂਨ ਮਿਲਿਆ ਉਹਨਾਂ ਦੀਆਂ ਗੱਲ ਤੋਂ। ਮੈਨੂੰ ਇਹ ਲੱਗਾ ਕਿ ਚਲੋ ਕੋਈ ਗੱਲ ਨਹੀਂ। ਜਦੋਂ ਮੈਨੂੰ ਲੱਗਾ ਕਿ ਮੇਰਾ ਆਤਮ ਵਿਸ਼ਵਾਸ ਘਟਦਾ ਜਾ ਰਿਹਾ ਹੈ, ਮੇਰੇ ਫਾਦਰ ਸਾਹਿਬ ਦੇ ਇਹ ਬੋਲਾਂ ਨੇ ਮੈਨੂੰ ਹੋਰ ਪ੍ਰੇਰਿਤ ਕੀਤਾ। ਉਸੇ ਸਾਲ ਪੀਸੀਐਸ ਦੀ ਨੋਟੀਫਿਕੇਸ਼ਨ ਆ ਗਈ। ਅਗਲੇ ਸਾਲ 2021 ਦੇ ਵਿੱਚ ਇਹਦਾ ਐਗਜ਼ਾਮ ਹੋਇਆ ਤੇ ਮੈਂ ਤਿੰਨੇ ਸਟੇਜਸ ਐਂਡ ਡੀਐਸਪੀ ਦਾ ਫਿਜ਼ੀਕਲ ਵੀ ਕਲੀਅਰ ਕਰ ਲਿਆ। ਜਿਸ ਦਿਨ ਰਿਜ਼ਲਟ ਆਇਆ ਉਸ ਦਿਨ ਤਕਦੀਰ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਮੇਰੀ ਕੈਟਾਗਰੀ ਦੇ ਵਿੱਚ ਫਰਸਟ ਤੇ ਓਵਰਆਲ ਪੰਜਾਬ ਦੇ ਵਿੱਚ 6th ਰੈਂਕ ਆਇਆ ਤੇ ਮੈਨੂੰ ਪੀਸੀਐਸ ਐਗਜ਼ੀਕਿਊਟਿਵ ਦੀ ਸੀਟ ਮਿਲ ਗਈ। ਇੱਕ ਬਹੁਤ ਦਿਲਚਸਪ ਗੱਲ ਇਹ ਹੈ ਕਿ ਮੈਂ ਯੂਪੀਐਸਸੀ ਤੋਂ ਪੀਸੀਐਸ ਸ਼ਿਫਟ ਕੀਤਾ। ਉਹਦੇ ਲਈ ਮੇਰੀ ਫੈਮਿਲੀ ਨੇ ਤੇ ਮੇਰੇ ਫਰੈਂਡਸ ਨੇ ਮੈਨੂੰ ਬਹੁਤ ਕਨਵਿੰਸ ਕੀਤਾ ਕਿ ਤੂੰ ਬਣਨਾ ਤਾਂ ਅਫਸਰ ਹੀ ਹੈ, ਤੂੰ ਇਸ ਐਗਜ਼ਾਮ ਦੀ ਵੀ ਨਾਲ ਤਿਆਰੀ ਕਰ ਤੇ ਇਸ ਐਗਜ਼ਾਮ ਦੇ ਵਿੱਚ ਅਪੀਅਰ ਹੋ। ਐਂਡ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਕਿਉਂਕਿ ਮੈਂ ਯੂਪੀਐਸਸੀ ਦੀ ਤਿਆਰੀ ਕੀਤੀ ਹੋਈ ਸੀ ਤੇ ਪੀਸੀਐਸ ਦੀ ਤਿਆਰੀ ਕਰਨ ਵਾਸਤੇ ਮੈਨੂੰ ਕੋਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹਦੇ ਵਿੱਚ ਸਿਰਫ ਪੀਸੀਐਸ ਐਗਜ਼ਾਮ ਦੇ ਵਿੱਚ ਸਿਰਫ ਇੱਕ ਪੰਜਾਬ ਦਾ ਓਵਰਆਲ ਐਂਗਲ ਅਸੀਂ ਪੜ੍ਹਨਾ ਹੁੰਦਾ ਹੈ, ਤਿਆਰ ਕਰਨਾ ਹੁੰਦਾ ਹੈ। ਪੰਜਾਬ ਦੀ ਹਿਸਟਰੀ, ਜੀਓਗ੍ਰਾਫੀ, ਸੋਸ਼ੀਓਲੋਜੀ, ਕਲਚਰ, ਸਭ ਚੀਜ਼ਾਂ ਜੋ ਕਿ ਮੈਂ ਆਸਾਨੀ ਦੇ ਨਾਲ ਤਿਆਰ ਕਰਕੇ ਤੇ ਫਿਰ ਮੈਂ ਐਗਜ਼ਾਮ ਬੈਠ ਗਈ। ਪ੍ਰੀਲਿਮਸ ਦਾ ਰਿਜ਼ਲਟ ਆਇਆ। ਸਾਡੇ ਕੋਲ ਬਹੁਤ ਹੀ ਚੰਦ ਦਿਨਾਂ ਦਾ ਸਮਾਂ ਸੀ ਮੇਨਸ ਦੇ ਐਗਜ਼ਾਮ ਕਲੀਅਰ ਕਰਨ ਵਾਸਤੇ। ਉਸ ਤੋਂ ਬਾਅਦ ਵਿੱਚ ਫਿਰ ਮੈਂ ਮੇਨਸ ਦੀ ਤਿਆਰੀ ਵਿੱਚ ਜੁਟ ਗਈ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਮੇਨਸ ਦੇ ਵਿੱਚ ਮੈਂ ਆਪਣੀ ਕਾਬਲੀਅਤ ਨੂੰ ਬਿਆਨ ਕਰ ਸਕਦੀ ਹਾਂ। ਤਾਂ ਇਸ ਲਈ ਮੈਂ ਮੇਨਸ ਵਾਸਤੇ ਬਹੁਤ ਜੀ ਤੋੜ ਮਿਹਨਤ ਕੀਤੀ। ਮੈਂ ਪੇਪਰਸ ਵੀ ਲਿਖੇ। ਉਸ ਤੋਂ ਬਾਅਦ ਵਿੱਚ ਮੈਂ ਪੁਰਾਣੇ ਪੇਪਰਾਂ ਦਾ ਐਨਾਲਿਸਿਸ ਵੀ ਕੀਤਾ ਕਿ ਦੇਖਦੇ ਹਾਂ ਕਿ ਕੀ ਕੁਐਸਚਨਸ ਰਿਪੀਟ ਹੋ ਰਹੇ ਨੇ, ਟ੍ਰੈਂਡਸ ਜੋ ਹੈ ਉਹ ਰਿਪੀਟ ਹੋ ਰਹੇ ਨੇ ਕਿ ਨਹੀਂ ਹੋ ਰਹੇ। ਫਿਰ ਮੈਂ ਮੇਨਸ ਅਪੀਅਰ ਹੋਈ। ਉਸ ਤੋਂ ਬਾਅਦ ਵਿੱਚ ਫਿਰ ਇੰਟਰਵਿਊ ਕਾਲ ਆ ਗਈ। ਫਿਰ ਅਸੀਂ ਡੀਐਸਪੀ ਦਾ ਫਿਜ਼ੀਕਲ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਫਿਰ ਮੇਰਾ ਰਿਜ਼ਲਟ ਆ ਗਿਆ। ਸੋ ਇਹ ਤਾਂ ਹੈ ਜੋ ਮੇਰੀ ਪੀਸੀਐਸ ਦੀ ਜਰਨੀ ਐਗਜ਼ਾਮ ਕਲੀਅਰ ਕਰਨ ਤੱਕ ਦੀ ਹੈ। ਪਰ ਅਸਲੀ ਜਰਨੀ ਜੋ ਹੈ ਉਹ ਇਸ ਐਗਜ਼ਾਮ ਨੂੰ ਕਲੀਅਰ ਕਰਨ ਤੋਂ ਬਾਅਦ ਵਿੱਚ ਸ਼ੁਰੂ ਹੋਈ ਹੈ। 2022 ਦੇ ਵਿੱਚ ਸਾਡੀ ਇੰਡਕਸ਼ਨ ਟ੍ਰੇਨਿੰਗ ਸਟਾਰਟ ਹੋ ਗਈ ਤੇ ਅੱਜ ਮੈਂ ਅੰਮ੍ਰਿਤਸਰ ਪੋਸਟਡ ਹਾਂ। ਇਸ ਸਰਵਿਸ ਦੇ ਵਿੱਚ ਆ ਕੇ ਸਮਾਜ ਸੇਵਾ ਕਰਨ ਦਾ ਇੱਕ ਬਹੁਤ ਹੀ ਵੱਡਾ ਪਲੇਟਫਾਰਮ ਮਿਲ ਜਾਂਦਾ ਹੈ, ਜਿੱਥੇ ਪਹੁੰਚ ਕੇ ਸਾਨੂੰ ਇਹ ਲੱਗਦਾ ਹੈ ਕਿ ਸਾਡੀ ਸਮਾਜ ਪ੍ਰਤੀ ਜੋ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦੇ ਵਿੱਚ ਅਸੀਂ ਮੁਕੰਮਲ ਹੋ ਪਾ ਰਹੇ ਹਾਂ। ਮੇਰਾ ਇਹ ਸਾਰਿਆਂ ਨੂੰ ਇੱਕ ਸੰਦੇਸ਼ ਹੈ ਕਿ ਜੇ ਅਸੀਂ ਇਸ ਮੁਕਾਮ ਤੱਕ ਪਹੁੰਚਣ ਵਾਸਤੇ ਮਿੱਥ ਲਈਏ, ਟੀਚਾ ਧਾਰ ਲਈਏ, ਤਾਂ ਫਿਰ ਸਾਨੂੰ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਕਿੰਨੀ ਵੱਡੀ ਜ਼ਿੰਮੇਵਾਰੀ ਦੇ ਹੱਕਦਾਰ ਅਸੀਂ ਬਣਨ ਜਾ ਰਹੇ ਹਾਂ। ਅੱਜ ਮੇਰੇ ਨਾਲ ਬਹੁਤ ਹੀ ਸਾਰੇ ਜੋ ਤਿਆਰੀ ਕਰ ਰਹੇ ਨੇ ਬੱਚੇ ਉਹ ਵੀ ਜੁੜੇ ਹੋਏ ਨੇ ਤੇ ਮੈਨੂੰ ਬਹੁਤ ਹੀ ਜ਼ਿਆਦਾ ਮਾਣ ਤੇ ਗਰਵ ਮਹਿਸੂਸ ਹੁੰਦਾ ਹੈ ਕਿ ਮੈਂ ਉਹਨਾਂ ਬੱਚਿਆਂ ਦੀ ਹੈਲਪ ਕਰ ਪਾ ਰਹੀ ਹਾਂ। ਇੱਕ ਮੈਂ ਤੁਹਾਡੇ ਨਾਲ ਵਾਕਿਆ ਸ਼ੇਅਰ ਕਰੂੰਗੀ, ਮੈਂ ਨਾਮ ਨਹੀਂ ਲਵਾਂਗੀ, ਪਰ ਇੱਕ ਮੇਰੀ ਜੂਨੀਅਰ ਸੀ, ਉਹ ਵੀ ਇੱਕ ਅਫਸਰ ਬਣਨ ਦੇ ਖੁਆਬ ਦੇਖ ਚੁੱਕੀ ਸੀ ਤੇ ਤਿਆਰੀ ਕਰ ਰਹੀ ਸੀ, ਪਰ ਉਹਨੇ 2 ਵਾਰ ਅਟੈਂਪਟ ਦਿੱਤਾ, ਉਹਦਾ ਪੇਪਰ ਨਹੀਂ ਕਲੀਅਰ ਹੋਇਆ। ਉਹਦੇ ਘਰਦਿਆਂ ਨੇ ਉਹਦੀ ਸਪੋਰਟ ਕਰਨੀ ਬੰਦ ਕਰ ਦਿੱਤੀ। ਉਹਨੇ ਮੈਨੂੰ ਇੱਕ ਦਿਨ ਫੋਨ ਕੀਤਾ ਕਿ ਦੀਦੀ ਪਲੀਜ਼ ਤੁਸੀਂ ਮੇਰੇ ਘਰਦਿਆਂ ਨੂੰ ਕਨਵਿੰਸ ਕਰਨ ਦੇ ਵਿੱਚ ਹੈਲਪ ਕਰੋ। ਫਿਰ ਮੈਂ ਉਹਨਾਂ ਨੂੰ ਆਪਣੇ ਘਰਦਿਆਂ ਦੀ ਜਿਵੇਂ ਮੇਰੀ ਸਪੋਰਟ ਕੀਤੀ ਉਹਦੀ ਇੱਕ ਉਦਾਹਰਣ ਦਿੱਤੀ ਤੇ ਤੁਸੀਂ ਯਕੀਨ ਨਹੀਂ ਮੰਨੋਗੇ, ਮੇਰੇ ਸਿਰਫ ਕਹਿਣ ਦੇ ਨਾਲ ਹੀ ਇੰਨਾ ਫਰਕ ਪੈ ਗਿਆ ਕਿ ਉਹਨਾਂ ਨੇ ਆਪਣੀ ਬੇਟੀ ਨੂੰ ਦੁਬਾਰਾ ਫਿਰ ਤੋਂ ਤਿਆਰੀ ਕਰਨ ਵਾਸਤੇ ਹਾਮੀ ਭਰ ਦਿੱਤੀ। ਮੈਨੂੰ ਇਹ ਲੱਗਦਾ ਹੈ ਕਿ ਇਸ ਅਹੁਦੇ ਤੇ ਪਹੁੰਚ ਕੇ ਸਾਡੀ ਇੱਕ ਬਹੁਤ ਹੀ ਵੱਡੀ ਸਮਾਜਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਲੋਕਾਂ ਦਾ ਭਲਾ ਕਰ ਸਕੀਏ। ਸਿਰਫ ਇਸ ਤੌਰ ਤੇ ਨਹੀਂ ਕਿ ਸਾਡੀ ਕਲਮ ਚੱਲੇ, ਬਟ ਇਸ ਤੌਰ ਤੇ ਵੀ ਕਿ ਅਸੀਂ ਕਿਸੇ ਨੂੰ ਕਨਵਿੰਸ ਕਰਕੇ ਕਿਸੇ ਦੀ ਜ਼ਿੰਦਗੀ ਸੁਧਾਰ ਸਕੀਏ। ਅੰਤ ਦੇ ਵਿੱਚ ਮੈਂ ਸਾਰਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਸੋਚ ਲੈਂਦੇ ਹੋ ਕਿ ਮੈਂ ਇੱਕ ਅਫਸਰ ਬਣਾਂਗਾ ਜਾਂ ਬਣਾਂਗੀ, ਤਾਂ ਫਿਰ ਤੁਹਾਨੂੰ ਆਪਣੇ ਟੀਚੇ ਤੋਂ ਮੁੜ ਕੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਹ ਮੇਰਾ ਮੰਨਣਾ ਹੈ ਕਿ ਇੱਕ ਸਫਲ ਵਿਅਕਤੀ ਦੇ ਪਿੱਛੇ ਬਹੁਤ ਸਾਰੇ ਅਸਫਲ ਸਾਲ ਹੁੰਦੇ ਹਨ, ਪਰ ਜੋ ਚੀਜ਼ ਤੁਹਾਡੇ ਵਿੱਚ ਹਮੇਸ਼ਾ ਕਾਇਮ ਰਹਿਣੀ ਚਾਹੀਦੀ ਹੈ ਉਹ ਹੈ ਤੁਹਾਡੀ ਦ੍ਰਿੜਤਾ, ਉਹ ਹੈ ਤੁਹਾਡੀ ਮਿਹਨਤ ਤੇ ਉਹ ਹੈ ਤੁਹਾਡੀ ਲਗਨ। ਸੋ ਭਾਵੇਂ ਹੀ ਇਹ ਐਗਜ਼ਾਮ ਕਿੰਨਾ ਹੀ ਡਿਫਿਕਲਟ ਕਿਉਂ ਨਾ ਹੋਵੇ, ਭਾਵੇਂ ਹੀ ਸਾਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ, ਬਟ ਜੇ ਅਸੀਂ ਸੋਚ ਲਿਆ, ਇਰਾਦਾ ਕਰ ਲਿਆ ਤਾਂ ਫਿਰ ਕਰ ਲਿਆ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।